ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਵਾਰ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਇੱਕ ਵਿਅਕਤੀ ਨੇ ਆ ਕੇ ਮੱਥਾ ਟੇਕਿਆ। ਜਦ ਕੁਛ ਭੇਟਾ ਰੱਖ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਉਸ ਦਾ ਚਿਹਰਾ ਤੱਕ ਕੇ ਉਸ ਨੂੰ ਪੁੱਛਿਆ, ਕਹਿੰਦੇ ਵੀ ਤੁਸੀਂ ਦੱਸੋ ਵਿਵਹਾਰ ਕੀ ਕਰਦੇ ਆ? ਤਾਂ ਫਿਰ ਉਸ ਜੋਸ਼ੀ ਨੇ ਆਖਿਆ ਸੀਗਾ, ਜੀ ਮੈਂ ਹੈ ਨਾ ਜੋਤਿਸ਼ੀ ਹਾਂ ਅਤੇ ਮੈਂ ਜੋਸ਼ ਦੇ ਹਿਸਾਬ ਦੇ ਨਾਲ ਹਰੇਕ ਆਦਮੀ ਦਾ ਜੋ ਜੀਵਨ ਹੈਗਾ ਉਹਦੇ ਬਾਰੇ ਦੱਸ ਸਕਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਅੱਛਾ ਫਿਰ ਜੋਤਿਸ਼ ਦਾ ਹਿਸਾਬ ਲਾ ਕੇ ਸਾਡੇ ਬਾਰੇ ਵੀ ਕੁਛ ਦੱਸ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਸ ਜੋਸ਼ੀ ਨੇ ਆਪਣਾ ਜੋਤਿਸ਼ ਦਾ ਜਦੋਂ ਹਿਸਾਬ ਕਿਤਾਬ ਲਾਇਆ ਅਤੇ ਉਹਦੀ ਸਮਝ ਦੇ ਵਿੱਚ ਬਾਬਾ ਜੀ ਦੇ ਬਾਰੇ ਕੁਛ ਨਹੀਂ ਆਇਆ। ਜਦ ਆਇਆ ਨਹੀਂ ਤਾਂ ਫਿਰ ਉਸ ਜੋਸ਼ੀ ਨੇ ਆਖਿਆ, ਕਹਿੰਦੇ ਜੀ ਮੈਂ ਜੋਤਿਸ਼ ਦੇ ਹਿਸਾਬ ਦੇ ਨਾਲ ਬਹੁਤ ਜ਼ੋਰ ਲਾ ਕੇ ਦੇਖਿਆ ਪਰ ਆਪ ਜੀ ਦੇ ਬਾਰੇ ਕੋਈ ਮੈਨੂੰ ਪਤਾ ਨਹੀਂ ਲੱਗਾ। ਇਸ ਕਰਕੇ ਤੁਸੀਂ ਹੈ ਨਾ ਮੈਨੂੰ ਆਪਣਾ ਹੱਥ ਦਿਖਾ ਲਓ, ਮੈਂ ਤੁਹਾਡੇ ਦੀਆਂ ਹੱਥ ਦੀਆਂ ਰੇਖਾਵਾਂ ਦੇਖ ਕੇ ਫਿਰ ਦੱਸਣ ਦੀ ਕੋਸ਼ਿਸ਼ ਕਰਾਂਗੇ ਆਪ ਜੀ ਦੇ ਪਾਸ ਕੀ ਕੁਛ ਹੈ। ਜਦ ਇਹ ਗੱਲ ਜੋਸ਼ੀ ਨੇ ਆਖੀ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਸਾਨੂੰ ਸਾਡੇ ਗੁਰੂ ਮੁਰਸ਼ਦ ਜੀ ਦਾ ਇਹ ਜੋ ਹੁਕਮ ਹੈ ਉਹ ਇਹੋ ਹੀ ਆ ਕਿ ਕਿਸੇ ਦੇ ਅੱਗੇ ਹੱਥ ਨਹੀਂ ਕਰਨਾ ਹੈਗਾ। ਇਸ ਕਰਕੇ ਅਸੀਂ ਤੈਨੂੰ ਹੱਥ ਨਹੀਂ ਦਿਖਾਉਣਾ, ਤੂੰ ਆਪਣੇ ਜੋਤਿਸ਼ ਦੇ ਹਿਸਾਬ ਨਾਲ ਲਾ ਕੇ ਦੇਖ ਇਹ ਸਾਡੇ ਪਾਸ ਕੀ ਆ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਹ ਜੋਸ਼ੀ ਨੇ ਦੁਬਾਰਾ ਫਿਰ ਹਿਸਾਬ ਲਾਇਆ ਅਤੇ ਬਾਬਾ ਜੀ ਦੀ ਗਹਿਰਾਈ ਨੂੰ ਨਾਪ ਨਹੀਂ ਸਕਿਆ। ਫਿਰ ਮਹਾਂਪੁਰਖਾਂ ਨੂੰ ਕਹਿਣ ਲੱਗਾ, ਜੀ ਤੁਸੀਂ ਇਸ ਤਰ੍ਹਾਂ ਕਰੋ, ਆਪਣਾ ਸੱਜਾ ਹੱਥ ਹੀ ਸਾਨੂੰ ਦਿਖਾ ਦਿਓ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਅਸੀਂ ਤੈਨੂੰ ਪਹਿਲਾਂ ਕਿਹਾ ਹੈ ਕਿ ਅਸੀਂ ਆਪਣੇ ਗੁਰੂ ਦਾ ਕਦੀ ਉਲੰਘਣ ਨਹੀਂ ਕਰਨਾ ਅਤੇ ਕਿਸੇ ਦੇ ਅੱਗੇ ਹੱਥ ਨਹੀਂ ਕਰਨਾ। ਹਾਂ, ਅਗਰ ਤੂੰ ਜ਼ਿਆਦਾ ਜ਼ੋਰ ਕਹਿੰਦਾ ਹੈਗਾ ਤਾਂ ਅਸੀਂ ਤੈਨੂੰ ਆਪਣਾ ਹੱਥ ਹੈ ਨਾ ਇਸ ਤਰ੍ਹਾਂ ਖੜ੍ਹ ਕੇ ਦਿਖਾ ਸਕਦੇ ਹਾਂ। ਜਿਉਂ ਹੀ ਬਾਬਾ ਈਸ਼ਰ ਸਿੰਘ ਹੁਣਾਂ ਨੇ ਆਪਣਾ ਹੱਥ ਜਿਹੜਾ ਹੈ ਨਾ ਉੱਪਰ ਨੂੰ ਕਰਕੇ ਉਸ ਨੂੰ ਸਿੱਧਾ ਕਰਕੇ ਦਿਖਾ ਲਿਆ ਅਤੇ ਜਦ ਜੋਸ਼ੀ ਨੇ ਬਾਬਾ ਜੀ ਦੇ ਲਕੀਰਾਂ 'ਤੇ ਨਜ਼ਰ ਮਾਰੀ ਅਤੇ ਨਾਲ ਹੀ ਜਿਹੜਾ ਸੀ ਉਹ ਮਹਾਂਪੁਰਖਾਂ ਦੇ ਪੈਰਾਂ ਦੇ ਉੱਤੇ ਲੰਮਾ ਪੈ ਗਿਆ ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਕੀ ਗੱਲ ਹੋਈ? ਉਹ ਕਹਿੰਦਾ, ਜੀ ਆਪ ਜੀ ਦੀ ਗਹਿਰਾਈ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਹੈ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਆਖਣ ਲੱਗੇ, ਕਹਿੰਦੇ ਦੇਖੋ ਭਾਈ, ਸਾਨੂੰ ਆਪਣੇ ਗੁਰੂ ਜੀ ਦੇ 3 ਵਚਨ ਜਿਹੜਾ ਨਾ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਲੜ ਬੰਨਣੇ ਆ। ਉਹ ਕੀ ਆ ਵੀ ਪਹਿਲਾਂ ਤਾਂ ਕਿਸੇ ਦੇ ਅੱਗੇ ਹੱਥ ਨਹੀਂ ਕਰਨਾ, ਜਿਹੜਾ ਗੁਰੂ ਦਾ ਸਿੱਖ ਆ ਕਿਸੇ ਦੇ ਅੱਗੇ ਹੱਥ ਨਹੀਂ ਕਰਦਾ। ਦੂਸਰਾ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਕਹਿੰਦੇ ਜਿਹੜੇ ਹੈ ਨਾ ਗੁਰੂ ਦੇ ਸਿੱਖ ਹੁੰਦੇ ਆ ਉਹ ਗਲ ਦੇ ਵਿੱਚ ਪਏ ਪਰਨੇ ਦੀ ਤਰ੍ਹਾਂ ਹੁੰਦੇ ਆ। ਚਾਹੇ ਜਿਹੜਾ ਮਾਲਕ ਆ ਮੂੰਹ ਪੂੰਝੇ, ਚਾਹੇ ਪਰਨੇ ਨਾਲ ਹੱਥ ਸਾਫ਼ ਕਰੇ, ਚਾਹੇ ਪਰਨਾ ਸਿਰ 'ਤੇ ਬੰਨੇ ਅਤੇ ਚਾਹੇ ਜਿਹੜਾ ਹੈ ਨਾ ਉਹ ਲੱਕ ਦੁਆਲੇ ਉਹ ਬੰਨ੍ਹ ਲਵੇ, ਚਾਹੇ ਉਹ ਹੇਠਾਂ ਵਿਛਾ ਦੇਵੇ, ਉਹਦੀ ਮਰਜ਼ੀ। ਇਸ ਕਰਕੇ ਪਰਨਾ ਜਿਹੜਾ ਹਜ਼ੂਰੀਆ ਹੈ, ਗੁਰੂ ਦੇ ਸਿੱਖ ਜਿਹੜੇ ਨੇ ਹਜ਼ੂਰੀਏ ਦੀ ਤਰ੍ਹਾਂ ਹੁੰਦੇ, ਹਮੇਸ਼ਾ ਹਾਜ਼ਰ ਹਜ਼ੂਰ ਹੁੰਦੇ ਆ। ਸੋ ਤੀਸਰਾ ਵਚਨ ਬਾਬਾ ਜੀ ਨੇ ਜੋਸ਼ੀ ਨਾਲ ਕੀਤਾ ਸੀ, ਕਹਿੰਦੇ ਦੇਖੋ ਭਾਈ, ਜਿਹੜਾ ਸਿੱਖ ਹੋਆ ਹੈ ਨਾ ਉਹ ਸਦਾ ਸਤ ਵਚਨ ਦਾ ਅਧਿਕਾਰੀ ਹੋਣਾ ਚਾਹੀਦਾ, ਗੁਰੂ ਦੀ ਸੇਵਾ ਵਿੱਚ ਤਤਪਰ ਰਹਿਣਾ ਚਾਹੀਦਾ ਹੈ। ਕੋਈ ਵੀ ਵਚਨ ਹੈ ਉਸ ਨੂੰ ਇਹ ਨਾ ਸੋਚੇ ਵੀ ਇਹ ਗਲਤ ਹੈ ਜਾਂ ਸਹੀ ਹੈ, ਬਸ ਜੋ ਪੂਰੇ ਗੁਰੂ ਨੇ ਤੈਨੂੰ ਕਹਿ ਤਾ ਉਹਨਾਂ ਨੂੰ ਸੱਤ ਕਰਕੇ ਮੰਨ ਲੈਣਾ, ਇਹਦੇ ਵਿੱਚ ਹੀ ਗੁਰੂ ਦੀ ਖੁਸ਼ੀ ਆ। ਅਤੇ ਇਸੇ ਹੀ ਹੁਕਮ ਨੂੰ ਮੰਨਣ ਦੇ ਨਾਲ ਸਭ ਕਾਸੇ ਦੀ ਪ੍ਰਾਪਤੀ ਸਹਿਜ ਦੇ ਵਿੱਚ ਹੋ ਜਾਂਦੀ ਆ। ਉਸ ਤੋਂ ਬਾਅਦ ਫਿਰ ਬਾਬਾ ਜੀ ਜਦ ਦਿੱਲੀ ਗਏ, ਇੱਕ ਵਾਰੀ ਦਿੱਲੀ ਮਹਾਂਪੁਰਖਾਂ ਦਾ ਉਹਨਾਂ ਸੁਣ ਕੇ ਬਹੁਤ ਸਾਰੀਆਂ ਸੰਗਤਾਂ ਮਹਾਂਪੁਰਖਾਂ ਦੇ ਚਰਨਾਂ 'ਚ ਆਈਆਂ। ਫਿਰ ਇੱਥੇ ਇੱਕ ਗੋਸਵਾਮੀ ਗਣੇਸ਼ ਦੱਤ ਜੀ ਹੋਏ ਆ, ਉਹ ਵੀ ਮਹਾਂਪੁਰਖਾਂ ਦੀ ਉਪਮਾ ਸੁਣ ਕੇ ਨਾ ਦਿੱਲੀ ਇਹਨਾਂ ਦੇ ਪਾਸ ਪਹੁੰਚੇ। ਉਹਨਾਂ ਦੇ ਨਾਲ ਫਿਰ ਇੱਕ ਬਿਰਲਾ ਸੇਠ ਵੀ ਸੀ। ਇਹ ਜਦ ਦੋਨੇ ਜਾਣੇ ਗਏ, ਇਹਨਾਂ ਨੇ ਜਾ ਕੇ ਬਾਬਾ ਈਸ਼ਰ ਸਿੰਘ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਫਿਰ ਗੋਸਵਾਮੀ ਜੀ ਨੇ ਨਾ ਬਾਬਾ ਈਸ਼ਰ ਸਿੰਘ ਜੀ ਨੂੰ ਇਹ ਸਵਾਲ ਕੀਤਾ, ਕਹਿੰਦੇ ਮਹਾਂਪੁਰਖੋ, ਅਸੀਂ ਆਪ ਜੀ ਦੇ ਦਰਸ਼ਨ ਕਰਨ ਆਏ ਹਾਂ। ਜਦ ਇਹ ਗੱਲ ਹੋਈ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਦਰਸ਼ਨ ਕਰਨਾ ਹੈ ਕਿ ਸਾਨੂੰ ਪਰਖਣ ਵਾਸਤੇ ਆਏ ਹਾਂ? ਜਦ ਇੰਨੀ ਗੱਲ ਹੋਈ ਤਾਂ ਗੋਸਵਾਮੀ ਜੀ ਜਿਹੜੇ ਸੀ ਚੁੱਪ ਕਰ ਗਏ ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਭਾਈ, ਤੁਸੀਂ ਸਾਡੀ ਸਿਰਫ ਪਰਖ ਇਸ ਵਾਸਤੇ ਕਰਨ ਆਏ ਆ ਕਿ ਕੀ ਇਹ ਬਾਬਾ ਨੰਸੂ ਹੁਣਾਂ ਦੀ ਜੋਤ ਆ ਜਾਂ ਇਹ ਬਾਬਾ ਨੰਸੂ ਹੁਣਾਂ ਤੋਂ ਅਧੂਰੇ ਆ। ਜਦ ਇੰਨੀ ਗੱਲ ਹੋਈ ਤਾਂ ਗੋਸਵਾਮੀ ਕਹਿਣ ਲੱਗੇ, ਜੀ ਨਹੀਂ ਐਸੀ ਕੋਈ ਵਿਚਾਰ ਨਹੀਂ ਆ, ਪਰ ਮੈਂ ਬਾਬਾ ਨੰਸੂ ਹੁਣਾਂ ਦੇ ਨਾਲ ਮਿਲ ਕੇ ਸਾਰੇ ਸ਼ੰਕੇ ਜਿਹੜੇ ਆ ਉਹ ਪੂਰੇ ਕੀਤੇ ਆ ਅਤੇ ਇੱਕ ਸ਼ੰਕਾ ਮੇਰੇ ਮਨ 'ਚ ਉਹ ਆਪ ਜੀ ਦੇ ਨਾਲ ਬਹਿ ਕੇ ਮੈਂ ਹੱਲ ਕਰਨਾ ਚਾਹੁੰਦਾ। ਜਦ ਇੰਨੀ ਗੱਲ ਹੋਈ ਸੀ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੱਸੋ ਕੀ ਸ਼ੰਕਾ? ਫਿਰ ਗੋਸਵਾਮੀ ਜੀ ਨੇ ਪੁੱਛਿਆ ਸੀ, ਕਹਿੰਦੇ ਵੀ ਸਾਨੂੰ ਇਹ ਦੱਸੋ ਵੀ ਆਉਣ ਵਾਲਾ ਸਮਾਂ ਬੜਾ ਭਿਆਨਕ ਆ ਅਤੇ ਦੁਨੀਆ ਦਾ ਕੀ ਬਣੇਗਾ, ਇਹਦੇ ਬਾਰੇ ਸਾਨੂੰ ਦੱਸੋ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਇਹ ਵਚਨ ਤੁਸੀਂ ਸੰਤ ਮਹਾਂਪੁਰਖ ਬਾਬਾ ਨੰਸੂ ਹੁਣਾਂ ਨੇ ਕੀਤਾ ਸੀਗਾ, ਸੋ ਜੋ ਉਹਨਾਂ ਨੇ ਜਵਾਬ ਦਿੱਤਾ ਉਹੀ ਜਵਾਬ ਸਾਡੇ ਪਾਸ ਆ। ਅਸੀਂ ਤੁਹਾਨੂੰ ਇਹ ਆਖਦੇ ਹਾਂ
कि भाई ਜਿਹੜੇ ਰੱਬ ਦਾ ਨਾਮ ਜਪਦੇ ਆ ਲੈਂਦੇ ਆ ਉਸ ਅਕਾਲ ਪੁਰਖ ਦਾ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰਦੇ ਆ ਉਹਦੀ ਆਰਾਧਨਾ ਕਰਦੇ ਆ ਭਾਈ ਉਹਨਾਂ ਨੂੰ ਕਾਹਦਾ ਡਰ ਹੈ। ਚਾਹੇ ਸਮਾਂ ਚੰਗਾ ਆਵੇ ਚਾਹੇ ਮਾੜਾ ਆਵੇ ਉਹਨਾਂ ਦੇ ਸਮੇਂ ਦਾ ਕੋਈ ਅਸਰ ਨਹੀਂ ਆ ਕਿਉਂਕਿ ਉਹਨਾਂ ਨੇ ਨਿਰਭਉ ਨੂੰ ਜਪਿਆ ਹੈ ਅਤੇ ਜਿਹਨੇ ਨਿਰਭਉ ਨਿਰੰਕਾਲ ਅਕਾਲ ਪੁਰਖ ਨੂੰ ਜਪਿਆ ਹੈ ਅਤੇ ਉਹਦੇ ਸਾਰੇ ਭੈ ਖਤਮ ਹੋ ਜਾਂਦੇ ਆ। ਨਿਰਭਉ ਜਪੇ ਸਗਲ ਭੈ ਮਿਟੇ। ਜਦ ਇਤ ਆਦਿਕ ਮਹਾਂਪੁਰਖਾਂ ਨੇ ਉਪਦੇਸ਼ ਦਿੱਤੇ ਅਤੇ ਫਿਰ ਗੋਸਵਾਮੀ ਜਿਹੜੇ ਸੀ ਚੁੱਪ ਕਰ ਗਏ। ਉਸ ਤੋਂ ਬਾਅਦ ਗੋਸਵਾਮੀ ਜੀ ਦੇ ਮਨ ਦੇ ਵਿੱਚ ਇਹ ਆਈ ਕਿ ਮਹਾਂਪੁਰਖਾਂ ਦੇ ਹੱਥ ਦੇ ਵਿੱਚ ਇੱਕ ਸਿਮਰਨ ਇੱਕ ਮਾਲਾ ਹੈ ਅਤੇ ਅਗਰ ਇਹ ਮਹਾਂਪੁਰਖ ਮੈਨੂੰ ਦੇ ਦੇਣ ਤਾਂ ਫਿਰ ਬਹੁਤ ਚੰਗੀ ਗੱਲ ਹੈ। ਜਦ ਇਹ ਜਿਹੜਾ ਫੁਰਨਾ ਗੋਸਵਾਮੀ ਨੇ ਮਨ 'ਚ ਬਣਾਇਆ ਅਤੇ ਮਹਾਂਪੁਰਖਾਂ ਨੇ ਉਹਨਾਂ ਦਾ ਫੁਰਨਾ ਤੱਕ ਕੇ ਆਪਣੇ ਹੱਥ ਦੀ ਮਾਲਾ ਗੋਸਵਾਮੀ ਜੀ ਨੂੰ ਫੜਾਤੀ ਅਤੇ ਕਹਿਣ ਲੱਗੇ ਲਓ ਜੀ ਇਹ ਲਓ ਸਿਮਰਨਾ ਅਤੇ ਤੁਸੀਂ ਨਾਮ ਜਪਿਆ ਕਰੋ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਜਪ ਸਕਦੇ। ਅਤੇ ਜਦੋਂ ਗੋਸਵਾਮੀ ਜੀ ਨੇ ਮਾਲਾ ਦੇਖੀ ਮਨ 'ਚ ਵਿਚਾਰ ਬਣਾਇਆ ਵੀ ਮਾਲਾ ਛੋਟੀ ਆ ਅਤੇ ਮੈਨੂੰ ਵੱਡੀ ਮਾਲਾ ਚਾਹੀਦੀ ਆ ਅਤੇ ਵੱਡੀ ਮਾਲਾ 108 ਮਣਕਿਆਂ ਵਾਲੀ ਮਹਾਂਪੁਰਖਾਂ ਦੇ ਵੀ ਕੋਲ ਹੈਗੀ ਆ ਪਰ ਆਹ ਜਿਹੜੀ ਛੋਟੀ ਮਾਲਾ ਹੈਗੀ ਆ ਇਸ ਦੇ ਨਾਲ ਮੈਂ ਪੂਰੀ ਤਰ੍ਹਾਂ ਨਾਮ ਜਪ ਨਹੀਂ ਸਕਦਾ ਹੈਗਾ। ਜਦ ਗੋਸਵਾਮੀ ਦੇ ਮਨ 'ਚ ਦੂਸਰੀ ਵਾਰੀ ਫਿਰ ਇੱਕ ਖਿਆਲੀ ਤਰੰਗ ਉੱਠੀ ਫਿਰ ਮਹਾਂਪੁਰਖਾਂ ਨੇ ਆਪਣੇ ਇੱਕ ਸੇਵਾਦਾਰ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਕਿ ਅੰਦਰੋਂ ਜਿਹੜੀ ਇੱਕ ਵੱਡੀ ਮਾਲਾ ਉਹ ਲੈ ਕੇ ਆਓ। ਜਦ ਇੰਨੀ ਗੱਲ ਹੋਈ ਹੈ ਤਾਂ ਉਹ ਜਿਹੜੇ ਸੇਵਕ ਸੀ ਜਦ ਅੰਦਰ ਗਏ ਅਤੇ ਅੰਦਰ ਬਾਬਾ ਈਸ਼ਰ ਸਿੰਘ ਹੁਣਾਂ ਦੇ ਹਾਥੀ ਦੰਦਾਂ ਦੇ ਨਾਲ ਬਣੀ ਹੋਈ ਇੱਕ ਮਾਲਾ ਦੇ ਮਣਕਿਆਂ ਦੀ ਮਾਲਾ ਸੀਗੀ ਜਿਹਦੇ 108 ਮਣਕੇ ਸੀਗੇ। ਸੋ ਮਹਾਂਪੁਰਖਾਂ ਨੇ ਆਪਣੇ ਹਾਥੀ ਦੰਦਾਂ ਦੀ ਬਣੀ ਹੋਈ 108 ਮਾਲਿਆਂ ਵਾਲੇ ਮਣਕਿਆਂ ਦੀ ਜਿਹੜੀ ਮਾਲਾ ਸੀ ਉਹ ਗੋਸਵਾਮੀ ਨੂੰ ਦੇ ਦਿੱਤੀ। ਜਦ ਗਣੇਸ਼ ਦੱਤ ਨੂੰ ਇਹ ਮਾਲਾ ਫੜਾਈ ਹੈ ਅਤੇ ਗਣੇਸ਼ ਦੱਤ ਦੇ ਮਨ ਦੀ ਪ੍ਰਸੰਨਤਾ ਵੱਧ ਗਈ ਅਤੇ ਉਹਨੇ ਫਿਰ ਛੋਟੀ ਮਾਲਾ ਬਾਬਾ ਈਸ਼ਰ ਸਿੰਘ ਹੁਣਾਂ ਦੇ ਅੱਗੇ ਕਰ ਦਿੱਤੀ। ਕਹਿੰਦੇ ਲਓ ਮਹਾਰਾਜ ਵੀ ਆਹ ਮੈਨੂੰ ਵੱਡੀ ਮਾਲਾ ਪ੍ਰਾਪਤ ਹੋ ਗਈ ਛੋਟੀ ਮਾਲਾ ਹੁਣ ਤੁਸੀਂ ਰੱਖ ਲਓ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਦੇਖ ਭਾਈ ਜਿਹੜੀ ਚੀਜ਼ ਇੱਕ ਵਾਰੀ ਹੱਥੋਂ ਦੇ ਦਈਏ ਫਿਰ ਦੁਬਾਰਾ ਮੰਗਣ ਦਾ ਕੋਈ ਕੰਮ ਨਹੀਂ ਰਹਿ ਜਾਂਦਾ। ਇਸ ਕਰਕੇ ਤੁਸੀਂ ਇਹ ਮਾਲਾ ਜਿਹੜੀ ਹੈ ਇਹ ਬਿਰਲਾ ਸੇਠ ਨੂੰ ਦੇ ਦਿਓ। ਜਦ ਮਹਾਂਪੁਰਖ ਨੇ ਇੰਨੀ ਗੱਲ ਕਹੀ ਤਾਂ ਬਿਰਲਾ ਸੇਠ ਨੇ ਫਿਰ ਹੱਥ ਜੋੜੇ ਅਤੇ ਗੋਸਵਾਮੀ ਨੇ ਫਿਰ ਜਿਹੜੀ ਛੋਟੀ ਮਾਲਾ ਸੀ ਉਹ ਬਿਰਲਾ ਸੇਠ ਨੂੰ ਦੇ ਦਿੱਤੀ ਅਤੇ ਫਿਰ ਵੱਡੀ ਮਾਲਾ ਗੋਸਵਾਮੀ ਜੀ ਨੇ ਹਾਥੀ ਦੰਦਾਂ ਵਾਲੀ ਆਪਣੇ ਕੋਲ ਰੱਖ ਲਈ। ਅਤੇ ਫਿਰ ਬਿਰਲਾ ਸੇਠ ਨੇ ਮਹਾਂਪੁਰਖ ਨੂੰ ਬਚਨ ਕੀਤਾ ਕਹਿੰਦੇ ਮਹਾਂਪੁਰਖੋ ਛੋਟੀ ਮਾਲਾ ਤੁਸੀਂ ਮੈਨੂੰ ਭੇਟ ਤਾਂ ਕਰ ਦਿੱਤੀ ਆ ਮੈਨੂੰ ਇਹਦੇ ਬਾਰੇ ਕੀ ਹੁਕਮ ਆ। ਅਤੇ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਦੇਖੋ ਭਾਈ ਜਿਸ ਤਰ੍ਹਾਂ ਤੁਹਾਡੇ ਗੋਸਵਾਮੀ ਜਿਹੜੇ ਆ ਇਹ ਨਾਮ ਜਪਦੇ ਇਸ ਤਰ੍ਹਾਂ ਤੁਸੀਂ ਵੀ ਛੋਟੀ ਮਾਲਾ ਨਾਲ ਨਾਮ ਜਪੋ। ਨਾਮ ਜਪਣਾ ਤੁਹਾਡਾ ਜਿਹੜਾ ਹੈਗਾ ਉਹ ਪਾਰ ਤਾਰਾ ਸਹਿਜ ਦੇ ਵਿੱਚ ਹੋ ਜਾਊਗਾ। ਜਦ ਇਹ ਗੱਲ ਹੋਈ ਸੀ ਤਾਂ ਦੋਨੇ ਪ੍ਰਸੰਨ ਹੋ ਕੇ ਮੱਥਾ ਟੇਕ ਕੇ ਵਾਪਸ ਦਿੱਲੀਓਂ ਉੱਧਰੋਂ ਫਿਰ ਆਪਣੇ ਘਰਾਂ ਨੂੰ ਚਲੇ ਗਏ ਸੀ। ਇਸ ਤਰ੍ਹਾਂ ਇੱਕ ਭਾਈ ਕੇਰ ਸਿੰਘ ਜੀ ਹੋਏ ਆ। ਇਹ ਜਿਹੜੇ ਭਾਈ ਕੇਰ ਸਿੰਘ ਸੀਗੇ ਇਹ ਕੀਰਤਨੀਏ ਸੀਗੇ ਬਹੁਤ ਮਿੱਠਾ ਰਸੀਲਾ ਕੀਰਤਨ ਕਰਦੇ ਹੁੰਦੇ ਸੀ। ਅਤੇ ਇੱਕ ਵਾਰ ਮਹਾਂਪੁਰਖ ਜਿਹੜੇ ਸੀਗੇ ਜਦ ਕਲਕੱਤੇ ਗਏ ਉਹਨਾਂ ਟਾਈਮਾਂ ਦੇ ਵਿੱਚ ਜਦ ਕਲਕੱਤੇ ਗਏ ਤਾਂ ਉਸ ਟਾਈਮ ਜਿਹੜਾ ਕੇਰ ਸਿੰਘ ਸੀਗਾ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਅਗਰ ਮੈਂ ਮਹਾਂਪੁਰਖਾਂ ਦੇ ਨਾਲ ਕੀਰਤਨ ਕਰਦਾ ਨਾ ਹੋਵਾਂ ਤਾਂ ਫਿਰ ਮੇਰੀ ਮੁਕਾਬਲੇ ਵਿੱਚ ਕੋਈ ਕੀਰਤਨ ਨਹੀਂ ਕਰ ਸਕਦਾ। ਇਹ ਜਿਹੜੀ ਵਿਚਾਰ ਸੀ ਕੇਰ ਸਿੰਘ ਦੇ ਮਨ ਦੇ ਵਿੱਚ ਆਈ ਸੀ। ਭਾਵ ਕੀ ਹੈ ਕਿ ਕੀਰਤਨ ਦੀ ਥੋੜ੍ਹੀ ਜਿਹੜੀ ਹਉਮੈ ਮੈਲ ਆ ਕੇਰ ਸਿੰਘ ਦੇ ਅੰਦਰ ਭਰ ਗਈ ਸੀ। ਉਸ ਤੋਂ ਬਾਅਦ ਜਦੋਂ ਮਹਾਂਪੁਰਖ ਜਿਹੜੇ ਸੀ ਕਲਕੱਤੇ ਤੋਂ ਵਾਪਸ ਨਾਨਕਸਰ ਆਏ ਅਤੇ ਇੱਥੇ ਕਿਸੇ ਪ੍ਰੇਮੀਆਂ ਨੇ ਬਾਬਾ ਈਸ਼ਰ ਸਿੰਘ ਉਹਨਾਂ ਨੇ ਕੇਰ ਸਿੰਘ ਦੇ ਪ੍ਰਤੀ ਸ਼ਿਕਾਇਤਾਂ ਕਰ ਦਿੱਤੀਆਂ। ਉਹਦੇ ਵਿੱਚ ਖਾਸ ਸ਼ਿਕਾਇਤਾਂ ਇਹ ਕੀਤੀਆਂ ਕਿ ਕੇਰ ਸਿੰਘ ਜਦੋਂ ਕਲਕੱਤੇ ਆਪ ਜੀ ਦੇ ਨਾਲ ਗਏ ਆ ਅਤੇ ਬਹੁਤ ਸਾਰਾ ਜਿਹੜਾ ਸਮਾਨ ਹੈ ਗੁਪਤ ਤਰੀਕੇ ਨਾਲ ਆਪਣੇ ਘਰ ਲਾਏ ਆ। ਇਹ ਤੱਕ ਜਦ ਸ਼ਿਕਾਇਤਾਂ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਪਹੁੰਚੀਆਂ ਅਤੇ ਮਹਾਂਪੁਰਖਾਂ ਨੇ ਭਾਈ ਕੇਰ ਸਿੰਘ ਹੁਣਾਂ ਨੂੰ ਆਪਣੇ ਪਾਸ ਬੁਲਾਇਆ। ਜਦ ਬੁਲਾਇਆ ਤਾਂ ਫਿਰ ਕੇਰ ਸਿੰਘ ਨੇ ਆ ਕੇ ਜਦ ਮੱਥਾ ਟੇਕਿਆ ਤਾਂ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਭਾਈ ਵੀ ਸਾਨੂੰ ਤੇਰੀਆਂ ਜਿਹੜੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਇਹ ਆਈਆਂ ਕਿ ਤੂੰ ਕਲਕੱਤਿਓਂ ਬਹੁਤ ਗੁਪਤ ਮਾਲ ਜਿਹੜਾ ਉਹ ਆਪਣੇ ਘਰ ਲੈ ਆਇਆ, ਕੀ ਇਹ ਗੱਲ ਸੱਚ ਹੈ? ਜਦ ਇਹ ਗੱਲ ਹੋਈ ਤਾਂ ਕੇਰ ਸਿੰਘ ਨੇ ਜਿਹੜੀ ਸੀ ਗੱਲ ਉਹ ਉੱਪਰ ਥੱਲੇ ਕਰ ਦਿੱਤੀ। ਜਦ ਗੱਲ ਅਦਲਾ ਬਦਲੀ ਕੀਤੀ ਤਾਂ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਦੇਖ ਭਾਈ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਤਾਂ ਤੂੰ ਸੱਚ ਬੋਲ। ਦੇਖੋ ਸੱਚ ਬੋਲਣ ਦੇ ਨਾਲ ਸਾਰੇ ਪਾਪ ਧੁੱਲ ਜਾਂਦੇ ਆ। ਪਰ ਕੇਰ ਸਿੰਘ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਮਹਾਂਪੁਰਖਾਂ ਨੂੰ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਦੱਬ ਦਬਾ ਕਰਕੇ ਜਿਹੜੀਆਂ ਦੋ ਚਾਰ ਉੱਪਰ ਨੀਚੇ ਕਰਕੇ ਜਿਹੜੀਆਂ ਸੁਣਾਤੀਆਂ। ਜਾਂ ਸੁਣਾਈਆਂ ਤਾਂ ਬਾਬਾ ਈਸ਼ਰ ਸਿੰਘ ਜਿਹੜੇ ਸੀ ਚੁੱਪ ਕਰ ਗਏ। ਜਦ ਚੁੱਪ ਕਰ ਗਏ ਉਸ ਤੋਂ ਬਾਅਦ ਸਮਾਂ ਐਸਾ ਆਇਆ ਕਿ ਕੇਰ ਸਿੰਘ ਦੀ ਜਿਹੜੀ ਇੱਕ ਅੱਖ ਪਹਿਲਾਂ ਖਰਾਬ ਸੀਗੀ ਉਹ ਦੂਸਰੀ ਅੱਖ ਵੀ ਖਰਾਬ ਹੋ ਗਈ। ਜਦ ਦੂਸਰੀ ਅੱਖ ਖਰਾਬ ਹੋ ਗਈ ਤਾਂ ਮਨ ਦੇ ਵਿੱਚ ਇਹ ਫੁਰਨਾ ਬਣਾਇਆ ਕਿ ਇੱਥੇ ਮਹਾਂਪੁਰਖਾਂ ਦੇ ਪਾਸ ਜਿੰਨੇ ਵੀ ਸੇਵਕ ਆ ਉਹ ਮੇਰੇ ਵਿਰੁੱਧ ਬਹੁਤ ਸਾਰੀਆਂ ਗੱਲਾਂ ਬਾਬਾ ਈਸ਼ਰ ਸਿੰਘ ਕੋ ਕਰਦੇ ਆ। ਇਹਦੇ ਨਾਲੋਂ ਤਾਂ ਚੰਗਾ ਹੈ ਕਿ ਇਹ ਅਸਥਾਨ ਮੈਂ ਛੱਡ ਕੇ ਚਲਾ ਜਾਵਾਂ। ਜਦ ਇਹ ਫੁਰਨਾ ਕੇਰ ਸਿੰਘ ਦੇ ਮਨ 'ਚ ਬਣਿਆ ਅਤੇ ਅੱਖ ਜਿਹੜੀ ਸੀ ਮਾੜੀ ਮੋਟੀ ਦੀਦੀ ਸੀ ਉਹ ਵੀ ਪੂਰੀ ਤਰ੍ਹਾਂ ਖਰਾਬ ਹੋ ਗਈ। ਜਦ ਦੋਨੇ ਅੱਖਾਂ ਖਰਾਬ ਹੋ ਗਈਆਂ ਤਾਂ ਮਨ ਵਿੱਚ ਬੜਾ ਤੌਖਲਾ ਵਧਿਆ। ਜਦ ਤੌਖਲਾ ਵਧਿਆ ਤਾਂ ਬਾਬਾ ਈਸ਼ਰ ਸਿੰਘ ਜੀ ਦੇ ਪਾਸ ਬੇਨਤੀ ਵੀ ਇਹ ਕੇਰ ਸਿੰਘ ਨੇ ਜਿਹੜੀ ਸੀ ਉਹ ਕਰ ਭੇਜੀ।
ਜਦ ਮਹਾਂਪੁਰਖਾਂ ਪਾਸ ਬੇਨਤੀ ਕੀਤੀ ਤੇ ਬਾਬਾ ਜੀ ਨੇ ਜਿਹੜੀ ਸੇਵਾਦਾਰ ਨੂੰ ਇਹ ਆਖਿਆ, ਕਹਿੰਦੇ ਵੀ ਕੇਰ ਸਿੰਘ ਨੂੰ ਇੱਕ ਚੰਗੇ ਡਾਕਟਰ ਤੋਂ ਇਹਦੀ ਅੱਖ ਨੂੰ ਦਿਖਾ ਦਿਓ। ਜਦ ਇੰਨੀ ਗੱਲ ਹੋਈ ਤੇ ਫਿਰ ਡਾਕਟਰ ਨੇ ਕੀ ਕੀਤਾ, ਕੇਰ ਸਿੰਘ ਦੀ ਅੱਖ ਦਾ ਟੈਸਟ ਕੀਤਾ, ਟੈਸਟ ਕਰਕੇ ਦਵਾਈ ਦੇ ਦਿੱਤੀ। ਜਦ ਦਵਾਈ ਦਿੱਤੀ ਹੈ ਤੇ ਇੱਕ ਹਫ਼ਤਾ ਕੇਰ ਸਿੰਘ ਨੇ ਦਵਾਈ ਪਾਈ, ਪਰ ਕਿਸੇ ਤਰ੍ਹਾਂ ਦਾ ਕੋਈ ਆਰਾਮ ਨਹੀਂ ਆਇਆ। ਜਦ ਆਰਾਮ ਨਹੀਂ ਆਇਆ ਤੇ ਕੇਰ ਸਿੰਘ ਦੇ ਮਨ ਦੇ ਵਿੱਚ ਜਿਹੜਾ ਸੀ ਇਸ ਗੱਲ ਦਾ ਡਰ ਬਹਿ ਗਿਆ ਕਿ ਹੁਣ ਤਾਂ ਮੈਨੂੰ ਬਾਹਰ ਅੰਦਰ ਜਾਣਾ ਵੀ ਬੜਾ ਮੁਸ਼ਕਿਲ ਹੈ ਤੇ ਬਾਹਰ ਅੰਦਰ ਜਾਣ ਵਾਸਤੇ ਮੈਨੂੰ ਕਿਸੇ ਦਾ ਸਹਾਰਾ ਲੈਣਾ ਪਵੇਗਾ। ਇਸ ਕਰਕੇ ਕੇਰ ਸਿੰਘ ਸਿੱਧਾ ਬਾਬਾ ਜੀ ਦੇ ਚਰਨਾਂ 'ਚ ਆਇਆ। ਜਦ ਮਹਾਂਪੁਰਖਾਂ ਦੇ ਚਰਨਾਂ 'ਚ ਆ ਕੇ ਨੇ ਮੱਥਾ ਟੇਕਿਆ ਤੇ ਬਾਬਾ ਈਸ਼ਰ ਸਿੰਘ ਹੁਣ ਦੇ ਚਰਨਾਂ ਨੂੰ ਫੜ ਕੇ ਰੋਣ ਲੱਗ ਪਿਆ। ਜਦ ਰੋਣ ਲੱਗ ਪਿਆ ਤੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਕੇਰ ਸਿੰਘ ਨੂੰ ਆਪਣੀ ਗੱਲ ਬਕੜੀ 'ਚ ਲੈ ਕੇ ਪੁੱਛਿਆ, ਕਹਿੰਦੇ ਕੇਰ ਸਿੰਘ ਕੀ ਗੱਲ ਹੈ, ਰੋਂਦਾ ਕਿਉਂ ਆ? ਸੋ ਕੇਰ ਸਿੰਘ ਨੇ ਸਾਰੀ ਗੱਲ ਦੱਸ ਦਿੱਤੀ ਕਿ ਪਹਿਲਾਂ ਤਾਂ ਮੇਰੀ ਇੱਕ ਅੱਖ ਖਰਾਬ ਸੀ, ਪਰ ਹੁਣ ਦੂਸਰੀ ਅੱਖ ਵੀ ਖਰਾਬ ਹੋ ਗਈ ਤਾਂ ਮੈਨੂੰ ਹੁਣ ਸਹਾਰੇ ਦੀ ਲੋੜ ਪੈਣੀ ਆ ਤੇ ਅੱਖਾਂ ਤੋਂ ਬਿਨਾਂ ਫਿਰ ਮੈਂ ਆਪਣਾ ਜੀਵਨ ਦੀ ਅਗਲੀ ਜਿਹੜੀ ਸਾਰੀ ਕਿਰਿਆ ਕਿਵੇਂ ਕਰ ਸਕਦਾ ਹੈਗਾ। ਤੁਸੀਂ ਕਿਰਪਾ ਕਰੋ ਮੇਰੀ ਨਜ਼ਰ ਆ ਜਾਵੇ। ਜਦ ਇੰਨੀ ਗੱਲ ਹੋਈ ਤੇ ਬਾਬਾ ਈਸ਼ਰ ਸਿੰਘ ਜੀ ਕੇਰ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਕੇਰ ਸਿੰਘ ਦੇਖ, ਅਸੀਂ ਤਾਂ ਤੇਰੇ ਕੋਲ ਜੀਵਨ 'ਚ ਕੁਛ ਛੁਪਾਇਆ ਨਹੀਂ ਆ, ਸਮਾਂ ਆਪਣੇ ਨਾਲੋਂ ਵੀ ਤੇਰਾ ਧਿਆਨ ਸਾਰਿਆਂ ਨੂੰ ਵੱਧ ਰੱਖਦੇ ਆ, ਤੈਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਆ। ਦੂਸਰੀ ਆ ਤੈਨੂੰ ਸਰਕਾਰੀ ਰੋਟੀ ਵੀ ਮਿਲਦੀ ਹੈਗੀ ਆ। ਇਹ ਤਦ ਕਿ ਜਦੋਂ ਮਹਾਂਪੁਰਖਾਂ ਨੇ ਬਚਨ ਕੀਤੇ ਤਾਂ ਇਹ ਸੁਣ ਕੇ ਫਿਰ ਕੇਰ ਸਿੰਘ ਚੁੱਪ ਕਰ ਗਿਆ ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖ ਬਾਈ, ਅਜੇ ਵੀ ਸਮਾਂ ਹੈਗਾ, ਅਗਰ ਤੂੰ ਕਲਕੱਤੇ ਤੋਂ ਕੋਈ ਇਸ ਤਰ੍ਹਾਂ ਦਾ ਸਮਾਨ ਲਿਆਂਦਾ ਹੈਗਾ ਤੂੰ ਸਾਨੂੰ ਸਾਫ਼ ਦੱਸ ਦੇ। ਦੇਖੋ ਸਾਫ਼ ਦੱਸਣ ਦੇ ਨਾਲ ਮਨ ਹੌਲਾ ਹੋ ਜਾਂਦਾ ਅਤੇ ਮਾਲਕ ਦੀ ਖੁਸ਼ੀ ਵੀ ਹੋ ਜਾਂਦੀ ਹੈ। ਅਗਰ ਤੂੰ ਸਭ ਕੁਝ ਸਾਨੂੰ ਸਾਫ਼ ਦੱਸ ਦਊਂਗਾ ਤਾਂ ਭਾਈ ਤੇਰੇ ਮਨ ਦੀ ਜਿਹੜੀ ਮੈਲ ਉਹ ਸਾਰੀ ਧੋਤੀ ਜਾਊਗੀ। ਜਦੋਂ ਮਹਾਂਪੁਰਖਾਂ ਨੇ ਇਹ ਤਾਤਕ ਵਚਨ ਕੇਰ ਸਿੰਘ ਨੇ ਕੀਤੇ ਤਾਂ ਫਿਰ ਕੇਰ ਸਿੰਘ ਜਿਹੜਾ ਸੀਗਾ ਉਸ ਨੇ ਬਾਬਾ ਜੀ ਨੂੰ ਜਿਹੜਾ ਸੀ ਇਹ ਕਹਿਣਾ ਸ਼ੁਰੂ ਕਰ ਦਿੱਤਾ, ਕਹਿੰਦੇ ਮਹਾਂਪੁਰਖੋ ਪਿਛਲੇ ਜੋ ਹੋ ਗਿਆ ਸੋ ਹੋ ਗਿਆ, ਉਹਦੀ ਮੈਨੂੰ ਮਾफ़ੀ ਦੇ ਦਿਓ। ਅਸਲ ਦੇ ਵਿੱਚ ਮੈਂ ਤੁਹਾਨੂੰ ਸੱਚ ਇਹ ਦੱਸਦਾ ਹੈਗਾ ਕਿ ਭਾਈ ਕਰਤਾਰ ਸਿੰਘ ਅਤੇ ਲਛਮਣ ਸਿੰਘ ਇਹਨਾਂ ਨੇ ਮੈਨੂੰ ਇੱਕ ਘੜੀ ਦਿੱਤੀ ਸੀ। ਉਸ ਤੋਂ ਬਾਅਦ ਕਹਿੰਦੇ ਮੇਰੇ ਇੱਕ ਚਾਚੇ ਦੀ ਕੁੜੀ ਦਾ ਪ੍ਰਾਹੁਣਾ ਹੈਗਾ ਉਜਾਗਰ ਸਿੰਘ, ਉਸ ਨੇ ਮੈਨੂੰ 400 ਰੁਪਈਆ ਦਿੱਤਾ ਸੀਗਾ ਕਿ ਮਾਤਾ ਜੀ ਨੂੰ ਦੇ ਦੇਣਾ, ਅਤੇ ਹੋਰ ਕਈ ਸਾਰੇ ਜਿਹੜੇ ਵਚਨ ਸੀਗੇ ਲੁਕੋ ਕੇ ਮਹਾਂਪੁਰਖਾਂ ਤੋਂ ਰੱਖੇ ਸੀ ਬਾਬਾ ਈਸ਼ਰ ਸਿੰਘ ਹੁਣਾਂ ਤੋਂ, ਉਹ ਵੀ ਕੇਰ ਸਿੰਘ ਨੇ ਕਹਿ ਦਿੱਤੇ। ਜਦ ਕਹਿਤੇ ਅਤੇ ਇਸ ਤਰ੍ਹਾਂ ਉਹਦਾ ਜਿਹੜਾ ਸੀਗਾ ਮਨ ਹਲਕਾ ਹੋ ਗਿਆ ਅਤੇ ਮਹਾਂਪੁਰਖ ਕਹਿਣ ਲੱਗੇ, ਦੱਸ ਇਤਨੀ ਗੱਲ ਸੀ, ਇਸ ਦੱਸਣ ਦੇ ਵਿੱਚ ਕੀ ਹਰਜ ਸੀਗਾ? ਅਗਰ ਤੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਆ ਤੂੰ ਉਹ ਸਾਨੂੰ ਦੱਸ, ਬਾਕੀ ਜਿਹੜੇ ਤੂੰ ਪ੍ਰਾਹੁਣੇ ਤੋਂ ਪੈਸੇ ਲਏ ਆ ਉਹ ਤੇਰੇ ਬਣਦੇ ਨਹੀਂ ਸੀ, ਕਿਉਂਕਿ ਉਹ ਆਪਣੀ ਕੁੜੀ ਦਾ ਪ੍ਰਾਹੁਣਾ ਸੀਗਾ। ਸੋ ਇਸ ਕਰਕੇ ਪ੍ਰਾਹੁਣੇ ਦਾ ਜਿਹੜਾ ਪੈਸਾ ਲੈਣਾ ਉਹ ਕੁੜੀ ਦਾ ਪੈਸਾ ਧਾਨ ਖਾਣ ਦੇ ਬਰਾਬਰ ਹੋ ਜਾਂਦਾ। ਸੋ ਸਿੱਖ ਜਿਹੜੇ ਉਹ ਧੀਆਂ ਦਾ ਧਾਨ ਨਹੀਂ ਖਾਂਦੇ। ਜਦ ਇਹ ਤਾਤਕ ਵਚਨ ਮਹਾਂਪੁਰਖਾਂ ਨੇ ਕੀਤੇ ਤਾਂ ਫਿਰ ਕੇਰ ਸਿੰਘ ਜਿਹੜੇ ਸੀ ਚੁੱਪ ਕਰ ਗਏ। ਉਸ ਤੋਂ ਬਾਅਦ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰ, ਕੀਰਤਨ ਕਰ। ਜਦੋਂ ਤੂੰ ਕੀਰਤਨ ਕਰੂੰਗਾ, ਇਹ ਕੀਰਤਨ ਬਾਬੇ ਨਾਨਕ ਦੀ ਚੂਰੀ ਆ। ਦੇਖੋ ਜਿਵੇਂ ਮਾਂ ਬੱਚੇ ਨੂੰ ਚੂਰੀ ਖਿਲਾਉਂਦੀ ਬੜੇ ਲਾਡ ਪਿਆਰ ਨਾਲ, ਇਸ ਤਰ੍ਹਾਂ ਜਦੋਂ ਸਿੱਖ ਜਿਹੜੇ ਹਨ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ 'ਤੇ ਕੀਰਤਨ ਕਰਦੇ ਆ ਬੜੇ ਪ੍ਰੇਮ ਅਤੇ ਅਦਬ ਦੇ ਵਿੱਚ ਰਹਿ ਗਏ, ਅਤੇ ਉਹ ਚੂਰੀ ਗੁਰੂ ਨਾਨਕ ਸਾਹਿਬ ਨੂੰ ਖਿਲਾਉਂਦੇ ਆ। ਅਤੇ ਗੁਰੂ ਨਾਨਕ ਸਾਹਿਬ ਜਦੋਂ ਪ੍ਰਸੰਨਤਾ ਦੇ ਵਿੱਚ ਆ ਜਾਂਦੇ ਆ, ਫਿਰ ਜਦ ਮਿਹਰ ਦੇ ਘਰ ਦੇ ਆਉਂਦੇ ਆ, ਅਤੇ ਕਿਹੜਾ ਐਸਾ ਦੁੱਖ ਆ ਜਿਹੜਾ ਉਹਨਾਂ ਦੇ ਖੁਸ਼ੀ ਦੇ ਨਾਲ ਦੂਰ ਨਹੀਂ ਹੁੰਦਾ, ਉਹਨਾਂ ਦੀ ਪ੍ਰਸੰਨਤਾ ਨਾਲ ਦੂਰ ਨਹੀਂ ਹੁੰਦਾ। ਜਦੋਂ ਇਹ ਤਾਤਕ ਵਚਨ ਬਾਬਾ ਜੀ ਨੇ ਦੁਬਾਰਾ ਫਿਰ ਕੇਰ ਸਿੰਘ ਨੇ ਕੀਤੇ ਅਤੇ ਕੇਰ ਸਿੰਘ ਨੇ ਫਿਰ ਜਿਹੜਾ ਸੀ ਉਹ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਜਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਐਸੀ ਕਿਰਪਾ ਹੋਈ ਮਾਲਕ ਦੀ ਕਿ ਇੱਕ ਪ੍ਰੇਮੀ ਆਇਆ, ਉਸ ਨੇ ਆ ਕੇ ਨਾ ਮਹਾਂਪੁਰਖਾਂ ਨੂੰ ਕਿਹਾ ਕਿ ਇੱਕ ਇੱਥੇ ਮਿੱਤਰ ਡਾਕਟਰ ਹੈਗੇ ਆ, ਅਤੇ ਮੇਰਾ ਜਿਹੜਾ ਹੈਗਾ ਇਹ ਮਨ ਕਹਿੰਦਾ ਹੈਗਾ ਕਿ ਅਗਰ ਕੇਰ ਸਿੰਘ ਨੂੰ ਉਸ ਡਾਕਟਰ ਦੇ ਪਾਸ ਦਿਖਾਈਏ ਤਾਂ ਇਹਦੀ ਜਿਹੜੀ ਨਜ਼ਰ ਹੈ ਜ਼ਰੂਰ ਜਿਹੜਾ ਹੈਗਾ ਉਹ ਡਾਕਟਰ ਸਹੀ ਢੰਗ ਨਾਲ ਚੈੱਕ ਕਰੂਗਾ। ਫਿਰ ਮਹਾਂਪੁਰਖ ਕਹਿੰਦੇ ਚਲੋ ਠੀਕ ਹੈ ਭਾਈ, ਉਸ ਡਾਕਟਰ ਨੂੰ ਦਿਖਾ ਦਿਓ। ਜਦ ਇਸ ਡਾਕਟਰ ਨੂੰ ਦਿਖਾਇਆ ਗਿਆ ਅਤੇ ਇਹਨੇ ਕੇਰ ਸਿੰਘ ਦੀਆਂ ਅੱਖਾਂ ਚੈੱਕ ਕੀਤੀਆਂ। ਚੈੱਕ ਕਰਨ ਤੋਂ ਬਾਅਦ ਫਿਰ ਡਾਕਟਰ ਨੇ ਆਖਿਆ, ਕਹਿੰਦੇ ਵੀ ਜਿਹੜੀ ਪਹਿਲਾਂ ਤੈਨੂੰ ਦਵਾਈ ਦਿੱਤੀ ਹੈ ਨਾ ਉਹ ਦਵਾਈ ਗਲਤ ਹੈਗੀ ਆ, ਮੈਂ ਤੈਨੂੰ ਇੱਕ ਨਵੀਂ ਦਵਾਈ ਦਿੰਦਾ। ਇਹ ਦਵਾਈ ਘੱਟੋ ਘੱਟ ਤੁਸੀਂ ਹਫ਼ਤਾ ਪਾਵੋ, ਹਫ਼ਤਾ ਪਾ ਕੇ ਫਿਰ ਤੁਸੀਂ ਇਹਦਾ ਅਸਰ ਦੇਖਿਓ। ਇਹ ਦਵਾਈ ਦੱਸ ਦਊਗੀ ਕਿ ਪਿੱਛੇ ਨਜ਼ਰ ਹੈ ਜਾਂ ਹੈ ਨਹੀਂ। ਬਾਕੀ ਇੱਕ ਹਫ਼ਤਾ ਤੁਸੀਂ ਨਾ ਕੀਰਤਨ ਨਹੀਂ ਕਰਨਾ। ਜਦ ਇੰਨੀ ਗੱਲ ਹੋਈ ਤਾਂ ਇੱਕ ਹਫ਼ਤਾ ਪੂਰਾ ਆਰਾਮ ਕਰਨਾ ਹੈਗਾ। ਸੋ ਇਹ ਗੱਲ ਜਿਹੜੀ ਡਾਕਟਰ ਨੇ ਦੱਸੀ ਆ, ਅਤੇ ਮਹਾਂਪੁਰਖ ਕਹਿਣ ਲੱਗੇ ਅੱਛਾ ਅਗਰ ਇਸ ਤਰ੍ਹਾਂ ਆਰਾਮ ਆਉਣਾ ਭਾਈ ਇਹੋ ਹੀ ਬਿੱਧ ਬਣਨੀ ਆ ਅਤੇ ਫਿਰ ਠੀਕ ਹੈ। ਇਹ ਕਹਿ ਕੇ ਫਿਰ ਕੇਰ ਸਿੰਘ ਦਾ ਜਿਹੜਾ ਸੀ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਜਦ ਇਲਾਜ ਕਰਨਾ ਸ਼ੁਰੂ ਕੀਤਾ ਤਾਂ ਮਹਾਂਪੁਰਖਾਂ ਦਾ ਇੱਕ ਜਿਹੜਾ ਉਸਨੇ ਬਾਹਰ ਦਾ ਕੀਰਤਨ ਦਰਬਾਰ ਦਾ ਪ੍ਰੋਗਰਾਮ 1 ਮਹੀਨੇ ਦਾ ਬਾਹਰ ਬਣਿਆ। ਜਦ ਕੀਰਤਨ ਦਰਬਾਰ ਦਾ ਪ੍ਰੋਗਰਾਮ 1 ਮਹੀਨੇ ਦਾ ਬਾਹਰ ਬਣਿਆ ਅਤੇ ਫਿਰ ਮਹਾਂਪੁਰਖਾਂ ਨੇ ਜਿਹੜੇ ਸੀਗਾ ਸਾਰੀ ਸੰਗਤ ਨੂੰ ਕਹਿ ਦਿੱਤਾ ਕਿ 1 ਮਹੀਨੇ ਵਾਸਤੇ ਆਪਾਂ ਜਿਹੜਾ ਹੈ ਨਾ ਬਾਹਰ ਜਾ ਕੇ ਦੀਵਾਨ ਲਾਉਣੇ ਆ।
ਜਦ ਇੰਨੀ ਗੱਲ ਹੋਈ ਤੇ ਫਿਰ ਕੇਰ ਸਿੰਘ ਦੇ ਮਨ ਦੇ ਵਿੱਚ ਜਿਹੜੀ ਇਹ ਗੱਲ ਸੀਗੀ ਕਿ ਮੇਰੇ ਤੋਂ ਵਧੀਆ ਕਿ ਉਹ ਕੀਰਤਨ ਨਹੀਂ ਕਰਦਾ, ਅਗਰ ਮੈਂ ਕੀਰਤਨ ਨਾ ਕਰਾਂ ਤੇ ਮਹਾਂਪੁਰਖਾਂ ਦੇ ਦੀਵਾਨਾਂ ਵਿੱਚ ਇੰਨੀ ਸੰਗਤ ਦੀ ਹਾਜ਼ਰੀ ਨਹੀਂ ਸੀ ਹੋਣੀ। ਪਰ ਹੁਣ ਮਹਾਂਪੁਰਖਾਂ ਨੇ ਜਿਹੜੇ ਸੀ ਕੇਰ ਸਿੰਘ ਤੋਂ ਬਗੈਰ ਹੀ ਉੱਥੇ ਜਾਣ ਦਾ ਹੁਕਮ ਦੇ ਦਿੱਤਾ। ਤੇ ਦੂਸਰਾ ਡਾਕਟਰ ਨੇ ਵੀ ਕੇਰ ਸਿੰਘ ਨੂੰ ਕਹਿ ਦਿੱਤਾ ਸੀਗਾ ਕਿ 1 ਹਫ਼ਤਾ ਆਰਾਮ ਕਰਨਾ। ਪਰ ਹੁਣ ਜਦੋਂ ਕੇਰ ਸਿੰਘ ਨੂੰ ਮਹਾਂਪੁਰਖ ਨੇ ਪੁੱਛਿਆ ਵੀ ਤੇਰਾ ਕੀ ਇਰਾਦਾ ਹੈ, ਤਾਂ ਫਿਰ ਡਾਕਟਰ ਨੇ ਸਲਾਹ ਦਿੱਤੀ ਵੀ ਤੁਸੀਂ ਦੀਵਾਨਾਂ 'ਤੇ ਜਾਓ। ਕੇਰ ਸਿੰਘ ਜਿਹੜੇ ਹੈ ਨਾ 1 ਹਫ਼ਤਾ ਕੀ 1 ਮਹੀਨਾ ਹੋਰ ਇੱਥੇ ਆਰਾਮ ਕਰ ਲੈਣਗੇ, ਜਿਸ ਕਰਕੇ ਇਹਨਾਂ ਨੂੰ ਪੂਰੀ ਤਰ੍ਹਾਂ ਆਰਾਮ ਵੀ ਆ ਜਾਊਗਾ ਅਤੇ ਤੁਸੀਂ ਆਪਣੀ ਹਾਜ਼ਰੀ ਭਰ ਕੇ ਵਾਪਸ ਵੀ ਆ ਜਾਓਗੇ। ਅਤੇ ਇਹ ਕਹਿ ਕੇ ਮਹਾਂਪੁਰਖ ਕਹਿੰਦੇ ਚਲੋ ਠੀਕ ਆ। ਅਤੇ ਬਾਬਾ ਜੀ ਨੇ ਆਪਣਾ ਜਿਹੜਾ ਸੀ ਜਥਾ ਤਿਆਰ ਕੀਤਾ। ਤਿਆਰ ਕਰਕੇ ਮਹਾਂਪੁਰਖ ਜਿਹੜੇ ਸੀਗੇ ਆਪ ਉਹਨਾਂ ਦੀਵਾਨਾਂ ਦੀ ਹਾਜ਼ਰੀ ਭਰਨ ਵਾਸਤੇ ਸੰਗਤ ਨੂੰ ਨਾਲ ਲੈ ਕੇ ਚਲੇ ਗਏ। ਪਰ ਇੱਥੇ ਕੇਰ ਸਿੰਘ ਨੇ ਫਿਰ ਇੱਕ ਜਿਹੜਾ ਸੀਗਾ ਮਹੀਨਾ ਆਰਾਮ ਕੀਤਾ। ਪਰ ਮਹਾਂਪੁਰਖਾਂ ਨੇ ਜਿੱਥੇ ਵੀ ਦੀਵਾਨ ਲਾਏ ਆ ਉੱਥੇ ਨਵੇਂ ਕੀਰਤਨੀ ਸਿੰਘ ਆਏ ਆ, ਉਹਨਾਂ ਨੇ ਫਿਰ ਕੀਰਤਨ ਦੀ ਐਸੀ ਸੇਵਾ ਨਿਭਾਈ ਆ ਕਿ ਜਿਨ੍ਹਾਂ ਦਾ ਕੀਰਤਨ ਸੁਣ ਕੇ ਆਲੇ ਦੁਆਲੇ ਦੀਆਂ ਸੰਗਤਾਂ ਦੇ ਵਿੱਚ ਬੜਾ ਆਨੰਦ ਔਰ ਸ਼ਾਂਤੀ ਖੇੜਾ ਬਣਿਆ ਸੀਗਾ। ਮਹਾਂਪੁਰਖ ਜਦ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਏ ਅਤੇ ਉਸ ਤੋਂ ਬਾਅਦ ਜਦ ਆ ਕੇ ਕੇਰ ਸਿੰਘ ਨੂੰ ਮਿਲੇ ਆ ਅਤੇ ਦੇਖੋ ਮਹਾਂਪੁਰਖਾਂ ਨੇ ਐਸੀ ਕਿਰਪਾ ਕੀਤੀ ਆ। ਫਿਰ ਕੇਰ ਸਿੰਘ ਦੀ ਜਿਹੜੀ ਨਜ਼ਰ ਸੀਗੀ ਦੁਬਾਰਾ ਫਿਰ ਆ ਗਈ। ਜਦ ਦੁਬਾਰਾ ਆਈ ਤਾਂ ਉਹਨੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਂਪੁਰਖੋ ਹੁਣ ਮੈਨੂੰ ਕੀ ਹੁਕਮ ਆ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਹੁਣ ਤੂੰ ਪਹਿਲਾਂ ਦੀ ਤਰ੍ਹਾਂ ਕੀਰਤਨ ਕਰਿਆ ਕਰ, ਪਰ ਮਨ ਦੇ ਵਿੱਚ ਕੀਰਤਨ ਦੀ ਮੈਂ ਨਹੀਂ ਕਦੀ ਰੱਖਣੀ। ਅਤੇ ਦੂਸਰਾ ਕੀ ਆ ਕਿ ਗੁਰੂ ਘਰ ਤੋਂ ਕੋਈ ਚੀਜ਼ ਲੁਕੋ ਕੇ ਨਹੀਂ ਰੱਖਣੀ। ਜੋ ਵੀ ਸੱਚ ਆ ਨਾ ਗੁਰੂ ਘਰ ਦੇ ਅੱਗੇ ਜਿਹੜਾ ਹੈ ਨਾ ਸੱਚ ਹਮੇਸ਼ਾ ਬਿਆਨ ਕਰ ਦੇਣਾ, ਹਮੇਸ਼ਾ ਸੱਚ 'ਤੇ ਪਹਿਰਾ ਦੇਣਾ। ਜਦੋਂ ਇਤਿਹਾਸਕ ਬਚਨ ਬਾਬਾ ਈਸ਼ਰ ਸਿੰਘ ਹੁਣਾਂ ਨੇ ਕੇਰ ਸਿੰਘ ਨੇ ਕੀਤੇ ਅਤੇ ਫਿਰ ਕਿਹੜੇ ਕੇਰ ਸੀਗੇ ਮਹਾਂਪੁਰਖਾਂ ਦਾ ਬਚਨ ਸੁਣ ਕੇ ਮੱਥਾ ਟੇਕ ਕੇ ਪ੍ਰਸੰਨਤਾ ਦੇ ਵਿੱਚ ਚਲੇ ਗਏ। ਤਾਂ ਉਸ ਤੋਂ ਬਾਅਦ ਫਿਰ ਕੇਰ ਸਿੰਘ ਜਿਹੜੇ ਸੀਗੇ ਦੁਬਾਰਾ ਮਹਾਂਪੁਰਖਾਂ ਦੇ ਦੀਵਾਨਾਂ ਵਿੱਚ ਕੀਰਤਨ ਦੀ ਹਾਜ਼ਰੀ ਭਰਨ ਲੱਗੇ ਸੀਗੇ। ਇਸ ਤਰ੍ਹਾਂ ਨਾ ਇੱਕ ਬੀਬੀ ਅੰਮ੍ਰਿਤ ਕੌਰ ਹੋਈ ਹੈ। ਇਹ ਜਗਾਦਰੀ ਦੀ ਬੀਬੀ ਸੀ। ਇਹ ਬੀਬੀ ਦੇ ਘਰ ਦੇ ਵਿੱਚ ਬੜੀ ਗਰੀਬੀ ਸੀ। ਘਰ ਵਾਲਾ ਜਿਹੜਾ ਸੀਗਾ ਬੜਾ ਬਿਮਾਰ ਸੀ। ਇੱਕ ਇਹਨਾਂ ਦਾ ਲੜਕਾ ਸੀਗਾ, ਲੜਕੇ ਦਾ ਨਾਂ ਹਰਬੰਸ ਲਾਲ ਸੀਗਾ ਅਤੇ ਇਹਨੂੰ ਨੌਕਰੀ ਨਹੀਂ ਸੀ ਮਿਲਦੀ ਅਤੇ ਇਹ ਟੈਕਨੀਕਲ ਦਾ ਕੰਮ ਕਰਦਾ ਹੁੰਦਾ ਸੀ। ਅਤੇ ਇਹਨੇ ਕਈ ਦਰਖਾਸਤਾਂ ਚੰਡੀਗੜ੍ਹ ਵੀ ਦਿੱਤੀਆਂ ਪਰ ਕਿਸੇ ਪਾਸੇ ਕੋਈ ਇਹਦੀ ਗੱਲ ਨਹੀਂ ਬਣੀ। ਇਸ ਕਰਕੇ ਇਹ ਜਿਹੜੀ ਬੀਬੀ ਅੰਮ੍ਰਿਤ ਕੌਰ ਸੀਗੀ ਇਹਦੇ ਪਾਸ ਕਿਰਾਇਆ ਵੀ ਨਹੀਂ ਸੀਗਾ ਕਿ ਮੈਂ ਨਾਨਕਸਰ ਕਿਰਾਏਰੀ ਜਾਵਾਂ, ਉੱਥੇ ਆਪਣਾ ਜਿਹੜਾ ਗਰੀਬੀ ਦਾ ਦੁਖੜਾ ਮਹਾਂਪੁਰਖਾਂ ਦੇ ਅੱਗੇ ਬੇਨਤੀ ਕਰਕੇ ਰੋਵਾਂ। ਪਰ ਕਿਰਾਇਆ ਨਾ ਹੋਣ ਕਰਕੇ ਇਹਨੇ ਘਰ ਹੀ ਧੰਨ ਗੁਰੂ ਨਾਨਕ ਸਾਹਿਬ ਅਤੇ ਬਾਬਾ ਜੀ ਦੀ ਫੋਟੋ ਦੇ ਅੱਗੇ ਰਜੋਈਆਂ ਕਰਨੀਆਂ ਸ਼ੁਰੂ ਕਰਤੀਆਂ। ਜਦ ਰਜੋਈਆਂ ਕਰਨੀਆਂ, ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਧੂਪ ਟਿੱਕਾ ਕਰਨਾ, ਜੋਤ ਜਗਾਉਣੀ ਅਤੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਦੇਗ ਬਣਾ ਕੇ ਵਰਤਾ ਦੇਣੀ ਅਤੇ ਅਰਦਾਸਾਂ ਬੇਨਤੀਆਂ ਕਰਨੀਆਂ। ਅਰਦਾਸਾਂ ਬੇਨਤੀਆਂ ਕਰਕੇ ਬੇਨਤੀ ਕਰਨੀ ਕਿ ਆਪ ਕਿਰਪਾ ਕਰੋ, ਸਾਨੂੰ ਸਾਰੇ ਪਰਿਵਾਰ ਨੂੰ ਜਿਹੜਾ ਆਪ ਦਰਸ਼ਨ ਦੇਵੋ। ਜਦ ਇਸ ਤਰ੍ਹਾਂ ਦੀ ਬੇਨਤੀ ਕਰਨੀ, ਬੇਨਤੀ ਦਾ ਜਿਹੜੀ ਸੀ ਉਹ ਮਹਾਂਪੁਰਖਾਂ ਦੇ ਚਰਨਾਂ 'ਚ ਕਬੂਲ ਹੋਈ। ਜਦ ਕਬੂਲ ਹੋਈ ਅਤੇ ਮਹਾਂਪੁਰਖਾਂ ਨੇ ਇੱਕ ਦਿਨ ਸੰਗਤ ਨੂੰ ਆਖਿਆ, ਕਹਿੰਦੇ ਵੀ ਭਾਈ ਆਪਾਂ ਦੀਵਾਨ ਲਾਉਣ ਜਾਣਾ ਹੈਗਾ। ਜਦ ਇੰਨੀ ਗੱਲ ਹੋਈ ਹੈ ਤਾਂ ਸੰਗਤ ਜਿਹੜੀ ਸੀਗੀ ਉਹ ਨਾਲ ਤੁਰ ਪਈ ਅਤੇ ਮਹਾਂਪੁਰਖ ਜਿਹੜੇ ਸੀ ਦੀਵਾਨ ਲਾਉਣ ਵਾਸਤੇ ਇੱਧਰ ਪਿਪਲੀ ਆ ਗਏ। ਜਦ ਪਿਪਲੀ ਆ ਗਏ ਅਤੇ ਪਿਪਲੀ ਦੇ ਲਾਗੇ ਜਿਹੜਾ ਸੀਗਾ ਇਹ ਬੀਬੀ ਜਿਹੜੀ ਜਦੋਂ ਰਹਿੰਦੀ ਸੀ, ਜਦੋਂ ਇੱਥੇ ਆਲੇ ਦੁਆਲੇ ਸੰਗਤ ਨੂੰ ਪਤਾ ਲੱਗਾ ਕਿ ਬਾਬਾ ਈਸ਼ਰ ਸਿੰਘ ਹੁਣ ਇੱਥੇ ਪਿਪਲੀ ਆਏ ਆ, ਸੰਗਤਾਂ ਦਾ ਬਹੁਤ ਸਾਰਾ ਜਿਹੜਾ ਸੀ ਇਕੱਠ ਇੱਥੇ ਹੋਣਾ ਸ਼ੁਰੂ ਹੋ ਗਿਆ ਅਤੇ ਬੀਬੀ ਵੀ ਤਿਆਰ ਹੋ ਗਈ। ਜਦ ਬੀਬੀ ਪਰਿਵਾਰ ਸਮੇਤ ਤਿਆਰ ਹੋਈ ਤਾਂ ਉਸ ਟਾਈਮ ਬੀਬੀ ਦਾ ਜਿਹੜਾ ਘਰ ਵਾਲਾ ਸੀ ਉਹਦੀ ਤਬੀਅਤ ਅਚਨਚੇਤ ਵਿਗੜ ਗਈ। ਜਦ ਤਬੀਅਤ ਵਿਗੜੀ ਤਾਂ ਉਹਦੇ ਘਰ ਵਾਲੇ ਨੇ ਕਹਿ ਦਿੱਤਾ ਕਿ ਤੂੰ ਅਤੇ ਮੇਰਾ ਦੋਨੇ ਲੜਕੇ ਤੁਸੀਂ ਮਹਾਂਪੁਰਖਾਂ ਦੇ ਦਰਸ਼ਨਾਂ ਵਾਸਤੇ ਜਾਇਓ ਅਤੇ ਮੈਂ ਜਾ ਨਹੀਂ ਸਕਦਾ ਕਿਉਂਕਿ ਮੇਰੀ ਹਾਲਤ ਜ਼ਿਆਦਾ ਖਰਾਬ ਹੋ ਗਈ। ਜਦ ਇੰਨੀ ਗੱਲ ਹੋਈ ਅਤੇ ਇਹ ਬੀਬੀ ਚੁੱਪ ਰਹੀ ਅਤੇ ਮਹਾਂਪੁਰਖਾਂ ਦੇ ਚਰਨਾਂ 'ਚ ਦੁਬਾਰਾ ਇਸ ਬੀਬੀ ਨੇ ਫਿਰ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਅਗਰ ਤੁਸੀਂ ਦਰਸ਼ਨ ਦੇਣਾ ਤਾਂ ਸਾਨੂੰ ਸਾਰੇ ਪਰਿਵਾਰ ਨੂੰ ਦਰਸ਼ਨ ਦਿਓ, ਕਿਰਪਾ ਕਰੋ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਦੇਖੋ ਇਹਨਾਂ ਦਾ ਜਿਹੜਾ ਘਰ ਵਾਲਾ ਪਤੀ ਸੀਗਾ ਜਦ ਸੁੱਤੇ ਰਾਤ ਨੂੰ ਸੁਪਨਾ ਮਹਾਂਪੁਰਖਾਂ ਦਾ ਆਇਆ। ਬਾਬਾ ਈਸ਼ਰ ਸਿੰਘ ਹੁਣਾਂ ਨੇ ਇਹਦੇ ਪਤੀ ਨੂੰ ਜਿਹੜੇ ਸੀ ਇਹ ਗਿਆਨ ਦਿੱਤਾ। ਕਹਿੰਦੇ ਕਹਿਣ ਲੱਗੇ, ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰੋ, ਨਾਮ ਜਪਣ ਦੇ ਨਾਲ ਸਾਰੇ ਕਾਰਜ ਪੂਰੇ ਹੋ ਜਾਂਦੇ ਆ, ਗਰੀਬੀ ਵੀ ਦੂਰ ਹੋ ਜਾਂਦੀ, ਦੇਹ ਰੋਗਤਾ ਵੀ ਆਉਂਦੀ ਆ। ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਕੁਝ ਹੈ, ਲੇਕਿਨ ਸਭ ਕੁਝ ਉਸ ਨੂੰ ਹੀ ਪ੍ਰਾਪਤ ਹੋ ਸਕਦਾ ਜਿਹੜਾ ਬਾਬੇ ਨਾਨਕ ਦਾ ਨਾਮ ਜਪਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ। ਜਦੋਂ ਇਸ ਤਰ੍ਹਾਂ ਦੇ ਉਪਦੇਸ਼ ਮਹਾਂਪੁਰਖ ਨੇ ਸੁਪਨੇ 'ਚ ਦਿੱਤੇ, ਉਸ ਟਾਈਮ ਇਹਦੇ ਪਤੀ ਦੀ ਅੱਖ ਖੁੱਲ੍ਹੀ। ਉਹ ਦੇਖ ਕੇ ਹੈਰਾਨ ਹੋਇਆ ਅਤੇ ਰਾਤ ਦੇ 2 ਵਜੇ ਸੀਗੇ। ਉਸੇ ਟਾਈਮ ਉਹਨੇ ਇਹ ਜਿਹੜਾ ਸੁਪਨਾ ਸੀਗਾ ਇਹ ਆਪਣੀ ਘਰ ਵਾਲੀ ਨੂੰ ਦੱਸਿਆ ਅਤੇ ਦੋਨਾਂ ਪਤੀ ਪਤਨੀ ਨੇ ਉਸੇ ਟਾਈਮ ਇਸ਼ਨਾਨ ਕਰਕੇ ਅਤੇ ਮਹਾਂਪੁਰਖਾਂ ਦੇ ਚਰਨਾਂ 'ਚ ਦੁਬਾਰਾ ਫਿਰ ਬੇਨਤੀ ਕੀਤੀ। ਸਾਰਾ ਪਰਿਵਾਰ ਤਿਆਰ ਹੋਇਆ ਅਤੇ ਸਿੱਧਾ ਪਿਪਲੀ ਸਾਹਿਬ ਆ ਗਿਆ। ਜਦ ਇੱਥੇ ਪਿਪਲੀ ਆਇਆ, ਇੱਥੇ ਦੇਖਿਆ ਮਹਾਂਪੁਰਖਾਂ ਦੇ ਦੀਵਾਨ ਦੇ ਵਿੱਚ ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ। ਤਿਲ ਸਿੱਟਣ ਨਹੀਂ ਕਿਤੇ ਜਗ੍ਹਾ ਨਹੀਂ। ਇਹਨਾਂ ਨੇ ਕੀ ਕੀਤਾ, ਜਦ ਮੱਥਾ ਟੇਕਣਾ ਸੀਗਾ ਮਹਾਂਪੁਰਖਾਂ ਦੇ ਚਰਨਾਂ 'ਚ ਅਤੇ ਇਹ ਜਿਹੜੇ ਸਾਰਾ ਪਰਿਵਾਰ ਸੀਗਾ ਪਿੱਛੇ ਖੜ੍ਹਾ ਹੋ ਗਿਆ।
ਪਿੱਛੇ ਖੜਾ ਹੋ ਗਿਆ। ਤੇ ਇਸ ਬੀਬੀ ਅੰਮ੍ਰਿਤ ਕੌਰ ਨੇ ਹੈ ਨਾ ਪਿੱਛੇ ਜਾ ਕੇ ਅਰਦਾਸ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ। ਜਦ ਅਰਦਾਸ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀਗੇ ਇਹ ਆਪਣੀ ਜਗ੍ਹਾ ਤੋਂ ਉੱਠੇ ਆ, ਉੱਠ ਕੇ ਸਿੱਧਾ ਇਸ ਬੀਬੀ ਦੇ ਪਾਸ ਆ ਗਏ। ਜਦ ਇਹ ਆਏ ਆ ਤੇ ਇਸੇ ਬੀਬੀ ਨੂੰ ਬਾਬਾ ਜੀ ਨੇ ਪੁੱਛਿਆ, ਕਹਿੰਦੇ ਹਾਂ ਬੀਬੀ ਤੁਸੀਂ ਸੁਣਾਓ ਤੁਸੀਂ ਕੀ ਬਚਨ ਕਰਨਾ। ਜਦ ਮਹਾਂਪੁਰਖਾਂ ਨੇ ਇਸ ਬੀਬੀ ਨੇ ਸਿੱਧਾ ਡਾਇਰੈਕਟ ਪੁੱਛਿਆ ਤੇ ਬਸ ਫੇਰ ਕੀ ਸੀ, ਇਸ ਬੀਬੀ ਦੇ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ। ਇਹਨੇ ਮਹਾਂਪੁਰਖਾਂ ਦੇ ਚਰਨ ਫੜ ਗਏ, ਚਰਨ ਫੜ ਕੇ ਕਹਿਣ ਲਈ ਕਹਿੰਦੇ ਮਹਾਂਪੁਰਖੋ ਆਪ ਜਾਣੀ ਜਾਣ ਹੋ, ਆਪ ਨੂੰ ਪਤਾ ਕਿ ਘਰ 'ਚ ਗਰੀਬੀ ਬੜੀ ਆ, ਪਤੀ ਮੇਰਾ ਬਿਮਾਰ ਹੈ, ਲੜਕੇ ਮੇਰੀ ਨੌਕਰੀ ਨਹੀਂ ਲੱਗਦੀ, ਤੁਸੀਂ ਕਿਰਪਾ ਕਰੋ। ਜਦ ਇਹ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਤੇਰੀਆਂ ਅਰਦਾਸਾਂ ਦੇ ਕਾਰਨ ਹੀ ਸਾਨੂੰ ਇਸ ਜਗ੍ਹਾ ਆਉਣਾ ਪਿਆ ਹੈਗਾ, ਤੇਰੇ ਸਾਰੇ ਕਾਰਜ ਪੂਰੇ ਹੋਣਗੇ, ਤੁਸੀਂ ਨਾਮ ਜਪਿਆ ਕਰੋ, ਘਰ ਵਾਲਾ ਵੀ ਠੀਕ ਹੋ ਜਾਓ, ਮੁੰਡੇ ਨੂੰ ਵੀ ਨੌਕਰੀ ਲੱਗ ਜੂ, ਸਾਰੇ ਕੰਮ ਤੇਰੇ ਰਾਸ ਹੋ ਜਾਣੇ। ਨਾਮ ਦੇ ਵਿੱਚ ਐਸੀ ਜਿਹੜੀ ਉਹ ਕਰਾਮਾਤ ਐਸੀ ਸ਼ਕਤੀ ਸ਼ਾਮਲ ਹੈ। ਜਦ ਮਹਾਂਪੁਰਖਾਂ ਨੇ ਇਸ ਆਦਿਕ ਉਪਦੇਸ਼ ਦਿੱਤੇ ਫਿਰ ਇਹ ਸਾਰਾ ਪਰਿਵਾਰ ਜਿਹੜਾ ਸੀ ਉਹ ਧੀਰਜਮਾਨ ਹੋਇਆ ਤੇ ਮਹਾਂਪੁਰਖ ਇਸ ਪਰਿਵਾਰ ਨੂੰ ਲੈ ਕੇ ਫਿਰ ਅੱਗੇ ਬੈਠ ਗਏ। ਜਦ ਮੁੜ ਕੇ ਆਪਣੇ ਸਥਾਨ 'ਤੇ ਬੈਠੇ ਤੇ ਮਹਾਂਪੁਰਖਾਂ ਨੇ ਜਿੱਥੇ ਸਾਰੀਆਂ ਸੰਗਤਾਂ ਨੇ ਜਿਹੜੀ ਸੀ ਉਹ ਭੇਟਾਂ ਮਹਾਂਪੁਰਖਾਂ ਦੇ ਚਰਨਾਂ 'ਚ ਰੱਖੀਆਂ ਸੀ, ਬਾਬਾ ਜੀ ਨੇ ਇੱਕ ਲਿਫਾਫੇ ਵੱਲ ਇਸ਼ਾਰਾ ਕਰਕੇ ਸੇਵਕ ਨੂੰ ਆਖਿਆ, ਕਹਿੰਦੇ ਵੀ ਆਹ ਲਿਫਾਫਾ ਮੈਨੂੰ ਫੜਾਵੋ। ਜਦੋਂ ਸੇਵਕ ਨੇ ਲਿਫਾਫਾ ਬਾਬਾ ਜੀ ਦੇ ਹੱਥਾਂ 'ਚ ਦਿੱਤਾ ਤੇ ਬਾਬਾ ਈਸ਼ਰ ਸਿੰਘ ਜੀ ਨੇ ਜਦ ਲਿਫਾਫਾ ਖੋਲ੍ਹਿਆ ਤੇ ਸੰਗਤ ਨੇ ਕੀ ਤੱਕਿਆ, ਉਸ ਲਿਫਾਫੇ ਦੇ ਵਿੱਚ ਬਿਲਕੁਲ ਨਵੇਂ ਅੰਬ ਸੀਗੇ, ਉਹ ਭਰੇ ਪਏ ਸੀ। ਜਦ ਸੰਗਤ ਨੇ ਬੇਮੌਸਮੀ ਅੰਬ ਦੇਖੇ ਤੇ ਸੰਗਤ ਦੇ ਮਨ 'ਚ ਵਿਚਾਰ ਆਈ ਕਿ ਇਹ ਬੇਮੌਸਮੀ ਅੰਬ ਇਹ ਸੰਗਤ ਦੇ ਵਿੱਚ ਕੌਣ ਰੱਖਿਆ ਗਿਆ ਹੈ। ਤੇ ਬਾਬਾ ਜੀ ਨੇ ਉਹ ਜਿਹੜੇ ਅੰਬ ਸੀਗੇ ਇਹ ਬੀਬੀ ਅੰਮ੍ਰਿਤ ਕੌਰ ਜੀ ਦੇ ਜਿਹੜੇ ਸੀ ਉਹ ਹੱਥਾਂ 'ਚ ਰੱਖ ਦਿੱਤੇ ਤੇ ਕਹਿਣ ਲੱਗੇ ਕਿ ਇਹ ਪ੍ਰਸ਼ਾਦ ਤੁਸੀਂ ਛਕ ਲਓ ਤੇ ਬਾਕੀ ਜਿਹੜਾ ਪ੍ਰਸ਼ਾਦ ਆ ਉਹ ਤੁਸੀਂ ਹੁਣ ਘਰ ਲੈ ਜਾਓ। ਜਦ ਅੰਬਾਂ ਦਾ ਪ੍ਰਸ਼ਾਦ ਬੀਬੀ ਅੰਮ੍ਰਿਤ ਕੌਰ ਨੂੰ ਮਹਾਂਪੁਰਖਾਂ ਨੇ ਦਿੱਤਾ ਤੇ ਉਸ ਤੋਂ ਬਾਅਦ ਫਿਰ ਸਾਰੀ ਸੰਗਤ ਨੂੰ ਜਿਹੜਾ ਸੀ ਬਾਬਾ ਜੀ ਨੇ ਸੰਬੋਧਨ ਕਰਕੇ ਆਖਿਆ, ਕਹਿੰਦੇ ਭਾਈ ਬਾਕੀ ਜਿੰਨਾ ਪ੍ਰਸ਼ਾਦ ਪਿਆ ਉਹ ਸਾਰਾ ਸੰਗਤ 'ਚ ਵਰਤਾ ਦਿਓ। ਜਦ ਬਾਕੀ ਲਿਫਾਫੇ ਖੋਲ੍ਹੇ ਗਏ ਪਰ ਕਿਸੇ ਲਿਫਾਫੇ ਵਿੱਚ ਕੋਈ ਅੰਬ ਨਹੀਂ ਮਿਲਿਆ, ਸਾਰੇ ਲਿਫਾਫਿਆਂ 'ਚ ਵਿੱਚ ਦੂਸਰੇ ਪ੍ਰਸ਼ਾਦ ਸੀਗੇ। ਪਰ ਸੰਗਤ ਦੇ ਮਨ 'ਚ ਸੀਗਾ ਕਿ ਇਹ ਬੇਮੌਸਮੀ ਅੰਬਾਂ ਦਾ ਜਿਹੜਾ ਲਿਫਾਫਾ ਸੰਗਤ 'ਚ ਕੌਣ ਰੱਖ ਗਿਆ, ਇਹਦਾ ਤਾਂ ਹੁਣ ਭੇਦ ਬਾਬਾ ਜੀ ਜਾਣਨ ਤੇ ਹੋਰ ਕੋਈ ਜਾਣ ਨਹੀਂ ਸਕਦਾ ਹੈਗਾ। ਪਰ ਦੇਖੋ ਉਸ ਅੰਬਾਂ ਦੇ ਪ੍ਰਸ਼ਾਦ ਸੱਦ ਕੇ ਦੂਏ ਤੀਏ ਦਿਨ ਇਸ ਦੇ ਮੁੰਡੇ ਨੂੰ ਜਿਹੜੀ ਸੀਗੀ ਉਹ ਤਾਰ ਚੰਡੀਗੜ੍ਹੋਂ ਆਈ ਵੀ ਤੁਹਾਡੇ ਜਿਹੜਾ ਲੜਕਾ ਹੈਗਾ ਉਸ ਨੌਕਰੀ ਦੇ ਉੱਤੇ ਰੱਖ ਲੈਂਦੇ ਆ। ਤੇ ਜਦ ਇਹਨਾਂ ਦਾ ਲੜਕਾ ਜਿਹੜਾ ਸੀ ਉਹਨੂੰ ਨੌਕਰੀ ਮਿਲ ਗਈ, ਉਸ ਨੌਕਰੀ ਦੇ ਵਿੱਚ ਇਹ ਵੱਡਾ ਅਫਸਰ ਬਣ ਗਿਆ। ਉਸ ਤੋਂ ਬਾਅਦ ਦੇਖੋ ਘਰ ਦੀ ਗਰੀਬੀ ਦੂਰ ਹੋ ਗਈ, ਪਤੀ ਵੀ ਜਿਹੜਾ ਬਿਮਾਰ ਸੀਗਾ ਉਹ ਵੀ ਰਾਜੀ ਹੋ ਗਿਆ, ਘਰ ਮੁੜ ਕੇ ਚੜ੍ਹਦੀ ਕਲਾਂ ਵਾਲਾ ਹੋ ਗਿਆ। ਫਿਰ ਸਾਰਾ ਪਰਿਵਾਰ ਜਿਹੜਾ ਸੀਗਾ ਬਾਬਾ ਈਸ਼ਰ ਸਿੰਘ ਦੇ ਗੁਣ ਗਾਉਂਦੇ ਨਹੀਂ ਸੀ ਥੱਕਦਾ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।